दाऊत बंदन अनक बार, सर्ब कला समरथ। बोलन ते राखो प्रभु, नानक दे कर हथ। धन वाहिगुरु जी, गुण निधान मेरा प्रभु करता। ओ सतत कौन करीजै राम, गुण निधान मेरा प्रभ करता। उस्तत कौन करी जय राम, संतां की बेनंती स्वामी। संतां की बेनंती स्वामी, नाम महा रस दीजै नाराम। नाम महारस दीजै राम। नाम दीजै दान कीजै, बिसर नाही एक खिनो। गुण गोपाल उचर रसना, सदा गाइयै अनदिनो। जिस प्रीत लागी नाम सेती, मन तन अमृत छीजै। बिनबंत नानक इछ पुनी, पेख दर्शन जीजै। बिनबंत नानक इछ पुनी, पेख दर्शन जीजै। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच सुभाईमान गुरु प्यारिओ, आप सारे ही अति सत्कारयोग धनता दे योग हो। बड़े भाग ने साहिबा दी मुबारक गोद विच बैठण दा सुभाग मिलिया। आओ गुरफतेह दी सांझ पाईए, विचार दी आरंभता करिए। सबने बोलना जी आखिओ वाहिगुरु जी का खालसा, वाहिगुरु जी की फतेह। पिछले दिनों तो आपां सूही राग दा एक शब्द पढ़िया सी, जिसनूं लड़ीवार कुछ हिस्सिਆਂ ਵਿੱਚ ਵੰਡ के विचार कीती। अज लास्ट बंद है। आरंभता दा बोल सी, संतां के कारज आप खलोया। हर कम करावन आया राम, धरत सुहावी ताल सुहावा, विच अमृत जल छाया राम। अज दे बोल ने गुण निधान मेरा प्रभ करता। गुण निधान मेरा प्रभ करता। सो बेनती है, कई बार आपदे भी मन दे विच ख्याल हुंदा, जदों गुरबाणी नूं आपां थोड़ा जिहा तेज पढ़ीए ते सानूं समझ नहीं आउंदी, ना सुनन वाले नूं ना पढ़न वाले नूं। पर एक गल जरूर ध्यान विच रखिओ, बाणी नूं जदों भी आपां अपनी जिंदगी दे विच कुछ बनन दे लई, समझण दे लई पढ़ना है,
ਜੋ ਮੇਰਾ ਆਪਣਾ ਇੱਕ ਛੋਟਾ ਜਿਹਾ ਤਜਰਬਾ ਵੀ ਜਦੋਂ ਟਕਿਆ ਦੇ ਨਾਲ ਇੱਕ ਇੱਕ ਅੱਖਰ ਆਪਾਂ ਪੜਾਂਗੇ ਨਾ ਤੇ ਸੱਚੀ ਮੁੱਚੀ ਸ਼ਬਦ ਦੀ ਜਿਹੜੀ ਵਿਚਾਰ ਹੁੰਦੀ ਆ ਉਹ ਅੱਖਰਾਂ ਦੇ ਵਿੱਚ ਛੁਪੀ ਹੋਈ ਤਾਕਤ ਹੁੰਦੀ ਆ, ਉਹ ਸਾਨੂੰ ਸਮਝ ਵਿੱਚ ਆ ਜਾਂਦੀ ਆ। ਵਰਤਣ ਦਾ ਢੰਗ ਆ ਜਿਹੜਾ ਉਹਦੇ ਬਾਰੇ ਪਤਾ ਲੱਗ ਜਾਂਦਾ। ਪਰ ਦੂਸਰੀ ਗੱਲ ਇਹ ਆ, ਕਈ ਵਾਰ ਜਦੋਂ ਹੁਣ ਆਪਾਂ ਹੀ ਗੱਲ ਇੱਥੇ ਬੋਲਤੀ, ਸਤਿਕਾਰਯੋਗ ਨੇ ਉਹ ਰੂਹਾਂ ਜਿਨ੍ਹਾਂ ਦੇ ਅੰਦਰ ਇਹ ਖਿਆਲ ਬਣ ਗਿਆ ਵੀ ਹਾਂ ਸੱਚਮੁੱਚ ਮੈਂ ਗੁਰਬਾਣੀ ਟਿਕਾ ਨਾ ਪੜ੍ਹਨੀ ਆ ਤੇ ਟਿਕਾ ਨਾ ਸੁਣਨੀ ਆ। ਤੇ ਕਈ ਵਾਰ ਨਾ ਜੋ ਵੇਖਣ 'ਚ ਪੁਆਇੰਟ ਆਉਂਦਾ ਅਖੰਡ ਪਾਠ ਵੇਲੇ ਜਾਂ ਸਹਿਜ ਪਾਠ ਵੇਲੇ, ਭਾਵਨਾ ਆਪਣੇ ਅੰਦਰ ਬਣ ਗਈ ਸ਼ੁੱਧ, ਕੋਈ ਸ਼ੱਕ ਨਹੀਂ। ਪਰ ਕਈ ਵਾਰ ਅਖੰਡ ਪਾਠ ਜਾਂ ਸਹਿਜ ਪਾਠ ਵੇਲੇ ਗ੍ਰੰਥੀਆਂ ਦੇ ਨਾਲ ਸੱਜਣ ਲੜ ਪੈਂਦੇ ਆ। ਇਹ ਤੇਜ਼ ਪੜ੍ਹਦੇ ਨੇ, ਸੋ ਵਾਹਿਗੁਰੂ ਭਲਾ ਕਰੇ। ਤੇਜ਼ ਪੜ੍ਹਨਾ ਇੱਕ ਮਜਬੂਰੀ ਬਣ ਜਾਂਦੀ ਆ। ਉਹ ਮਜਬੂਰੀ ਕਿਉਂ ਬਣੀ, ਕਿਹਦੇ ਕਰਕੇ ਬਣੀ, ਇਹ ਆਪਾਂ ਨੂੰ ਵੇਖਣਾ ਪਊਗਾ। ਜਦੋਂ ਟਾਈਮ ਆਪਾਂ ਬੰਨ੍ਹਵਾਂ ਰੱਖਿਆ ਹੋਇਆ ਕਿਸੇ ਵੀ ਚੀਜ਼ ਦਾ, 9 ਦਿਨਾਂ ਦਾ 7 ਦਿਨਾਂ ਦਾ ਸਹਿਜ ਪਾਠ ਆ, ਗਰੰਟੀ ਆ ਵੀ ਬੋਲ ਕੇ ਪੂਰੇ ਟਿਕਾ ਨਾਲ ਪੜ੍ਹਨਾ ਹੋਵੇ ਤਾਂ ਕੋਈ 7 ਦਿਨਾਂ ਦਾ 9 ਦਿਨਾਂ ਦਾ ਬੰਨ੍ਹਣ ਨਹੀਂ, ਵੱਧ ਤੋਂ ਵੱਧ ਕਿੰਨੇ ਦਿਨ ਮਰਜ਼ੀ ਲੱਗ ਸਕਦੇ ਨੇ। ਦੂਸਰੀ ਗੱਲ, ਜਦੋਂ ਕਿਸੇ ਦਾਇਰੇ ਦੇ ਵਿੱਚ ਸੀਮਤ ਸਮੇਂ ਦੇ ਵਿੱਚ ਚੀਜ਼ ਬੰਨ੍ਹੀ ਗਈ ਤਾਂ ਵਾਹਿਗੁਰੂ ਭਲਾ ਕਰੇ, ਉਦੋਂ ਮਜਬੂਰੀ ਦਾ ਕਾਰਨ ਬਣ ਜਾਂਦਾ ਤੇਜ਼ ਪੜ੍ਹਨਾ, ਤੇਜ਼ ਬੋਲਣਾ। ਤੇ ਜੇ ਉਦੋਂ ਅਸੀਂ ਹਿੰਡ ਕਰੀਏ ਵੀ ਹੁਣ ਸਾਨੂੰ ਸੁਣਾਓ ਸਮਝਾਓ, ਤਾਂ ਉਦੋਂ ਇਹ ਕੰਮ ਨਹੀਂ ਹੋਊਗਾ। ਮੰਨ ਲਵੋ ਉਦਾਹਰਨ, ਇੱਕ ਤਾਂ ਆਪਾਂ ਕਿਸੇ ਰਸਤੇ ਦੇ ਵਿੱਚ ਜਾ ਰਹੇ ਹਾਂ, ਕਿਸੇ ਵਹੀਕਲ ਤੇ ਰਸਤੇ ਵਿੱਚ ਰੁਕ ਰੁਕ ਕੇ, ਤੇ ਨਾਲ ਕਹਿ ਵੀ ਰਹੇ ਵੀ ਰਸਤੇ ਵਿੱਚ ਜੋ ਕੁਝ ਆਇਆ ਵੇਖਣ ਦਾ ਆਨੰਦ ਆ ਗਿਆ। ਤੇ ਇੱਕ ਸਾਨੂੰ ਟਾਈਮ ਦਿੱਤਾ ਗਿਆ ਗਾ ਵੀ ਇੰਨੇ ਟਾਈਮ ਤੱਕ ਆਪਾਂ ਵਾਪਸ ਮੁੜਨਾ। ਉਹ ਟਾਈਮ ਕਿਹਨੇ ਦਿੱਤਾ ਗਾ? ਗੱਡੀ ਦੇ ਡਰਾਈਵਰ ਨੇ, ਗੱਡੀ ਦੇ ਮਾਲਕ ਨੇ। ਕੀ ਕਿਹਾ ਵੀ ਜੇ ਤੁਸੀਂ ਇਦੋਂ ਵੱਧ ਘੰਟੇ ਲਾ ਦਿੱਤੇ ਤਾਂ ਤੁਹਾਨੂੰ ਜਿਹੜਾ ਕਿਰਾਇਆ ਗਾ ਨਾ, ਪੈਸਾ ਗਾ, ਉਹ ਵੱਧ ਦੇਣਾ ਪਵੇਗਾ। ਉਹ ਸਾਡੇ ਧਿਆਨ ਦੇ ਵਿੱਚ ਇਹ ਗੱਲ ਫਿੱਟ ਹੋ ਗਈ ਵੀ ਅਸੀਂ ਇੰਨੇ ਟਾਈਮ ਦੇ ਵਿੱਚ ਵਾਪਸ ਮੁੜਨਾ। ਤੇ ਸੱਚ ਜਾਣਿਓ, ਨਾ ਕੁਝ ਆਉਂਦਿਆਂ ਨਾ ਕੁਝ ਜਾਂਦਿਆਂ ਕੁਝ ਪਤਾ ਨਹੀਂ ਲੱਗਿਆ, ਬਸ ਗਏ ਤੇ ਆਏ। ਤੇ ਇਹੀ ਕਾਰਨ ਬਣ ਜਾਂਦਾ 92 ਸਮੇਂ ਦੇ ਵਿੱਚ ਬਾਣੀ ਪੜ੍ਹਨੀ ਜਾਂ ਪੜ੍ਹਾਉਣੀ। ਕਿਸੇ ਦਾ ਚਿੱਤ ਨਹੀਂ ਕਰਦਾ ਹੁੰਦਾ ਵੀ ਤੇਜ਼ ਪੜ੍ਹੀਏ, ਕਿਸੇ ਦਾ ਚਿੱਤ ਨਹੀਂ ਕਰਦਾ ਹੁੰਦਾ ਵੀ ਤੇਜ਼ ਪੜ੍ਹਨ ਵਾਲੇ ਨੂੰ ਸੁਣੀਏ। ਪਰ ਉਸ ਟਾਈਮ ਤੇ ਉਹ ਸਮਾਂ ਵੇਖੋ ਵੀ ਕੀ ਬਣ ਗਿਆ। ਕਈ ਵਾਰ ਇਦਾਂ ਦੇ ਹਾਲਾਤ ਬਣ ਜਾਂਦੇ ਆ। ਸੋ ਗੁਰੂ ਕਿਰਪਾ ਕਰੇ, ਜੋ ਆਪਣੀ ਵਿਚਾਰ ਸੀ, ਜਦੋਂ ਆਪਾਂ ਟਿਕਾ ਦੇ ਨਾਲ ਗੁਰੂ ਕੀ ਪਾਵਨ ਬਾਣੀ ਪੜ੍ਹੀ ਹੈ ਨਾ, ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਆਪਾਂ ਅੱਧੀ ਪੰਕਤੀ ਪੜ੍ਹ ਲਈ। ਗੁਣ, ਸ਼ੁਭ ਗੁਣ, ਚੰਗਿਆਈ, ਫਲ ਹੀ ਫਲ, ਰਸ ਹੀ ਰਸ, ਜਿਹਨੂੰ ਆਪਾਂ ਕਹਿ ਦਈਏ। ਮੇਰੇ ਮਾਲਕ ਦੇ ਵਿੱਚ ਨਾ ਗੁਣ ਨਿਧਾਨ, ਨਿਧਾਨ ਤੋਂ ਭਾਵ ਹੈ ਖਜ਼ਾਨਾ। ਮੇਰੇ ਮਾਲਕ ਚ, ਮੇਰੇ ਗੁਰੂ ਚ ਗੁਣ ਹੀ ਗੁਣ ਨੇ। ਉਹਦੇ ਵਿੱਚ ਇੱਕ ਵੀ ਔਗਣ ਨਹੀਂ ਹੈ, ਬਕਾਇਦਾ ਸੱਚ ਆ, ਕੋਈ ਇਹਦੇ ਚ ਦੋ ਰਾਮਾਂ ਨਹੀਂ ਹਨ। ਉਸ ਵਾਹਿਗੁਰੂ ਚ, ਮੇਰੇ ਗੁਰੂ ਚ ਗੁਣ ਹੀ ਗੁਣ ਨੇ, ਔਗਣ ਕੋਈ ਵੀ ਨਹੀਂ ਹੈ। ਔਗਣ ਲੱਭੋ, ਮਿਲੂ ਨਹੀਂ। ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਭਲਾ ਕਰੇ। ਔਗਣ ਤਾਂ ਜੇ ਆਪਾਂ ਗੁਰੂ ਦੇ ਪਿਆਰਿਆਂ ਵਿੱਚ ਲੱਭ ਗਏ ਨਾ, ਉਹਨਾਂ ਚੋਂ ਵੀ ਨਹੀਂ ਮਿਲਦਾ, ਗੁਰੂ ਚੋਂ ਤਾਂ ਮਿਲਣੀ ਕੀ ਆ। ਪਰ ਸਾਡੀ ਜ਼ਿੰਦਗੀ ਦੀ ਜਿਹੜੀ ਸੋਚ ਆ ਉਹ ਕਿਹੋ ਜਿਹੀ ਬਣ ਗਈ? ਉਹ ਅਜਿਹੀ ਬਣ ਗਈ, ਸਾਨੂੰ ਗੁਰੂ ਤੇ ਸ਼ੱਕ ਪੈਣ ਲੱਗ ਗਿਆ, ਸਾਨੂੰ ਪਰਮਾਤਮਾ ਤੇ ਸ਼ੱਕ ਪੈਣ ਲੱਗ ਗਈ। ਹੁਣ ਜਿਸ ਚੀਜ਼ ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਉਹਨੂੰ ਸ਼ੱਕ ਦੇ ਨਾਲ ਵੇਖ, ਉਹ ਤੇ ਸਾਨੂੰ ਸ਼ਰਧਾ ਬਣ ਗਈ।
ਜਿਹੜੀ ਚੀਜ਼ ਨੂੰ ਕਿਹਾ ਨਾ ਵੀ ਇਹਦੇ ਤੇ ਸ਼ੱਕ ਦੀ ਨਿਗਾਹ ਪਾ, ਉਹਦੇ ਤੇ ਸਾਡੀ ਸ਼ਰਧਾ। ਤੇ ਜਿਸ ਚੀਜ਼ ਨੂੰ ਕਿਹਾ ਗੁਰੂ ਸਾਹਿਬ ਨੇ ਪ੍ਰਮਾਤਮਾ ਤੇ ਸ਼ਰਧਾ ਰੱਖ, ਉਹ ਤੇ ਸ਼ੱਕ। ਹੁਣ ਤੁਸੀਂ ਧਿਆਨ ਮਾਰ ਕੇ ਵੇਖੋ, ਬੱਚਿਆਂ ਨੂੰ ਆਪਣੀ ਮਾਂ ਤੇ ਆਪਣੇ ਬਾਪ ਤੇ ਸ਼ੱਕ ਪੈ ਜੇ, ਘਰ ਬਰਬਾਦ ਹੋ ਜਾਂਦੇ ਆ। ਮਾਂ ਪਿਓ ਨੂੰ ਆਪਣੇ ਬੱਚਿਆਂ ਤੇ ਸ਼ੱਕ ਪੈ ਜੇ, ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ। ਪਤੀ ਪਤਨੀ ਨੂੰ ਇੱਕ ਦੂਜੇ ਤੇ ਸ਼ੱਕ ਹੋ ਜਾਵੇ, ਰਿਸ਼ਤਿਆਂ ਵਿੱਚ ਤਰੇੜਾਂ ਆ ਜਾਂਦੀਆਂ ਨੇ। ਸ਼ੱਕ ਬਹੁਤ ਘਟੀਆ ਚੀਜ਼ ਆ। ਪਰ ਸ਼ੱਕ ਕਰਨਾ ਸੀ ਅਸੀਂ ਉਸ ਤੇ ਜਿਹਨੂੰ ਗੁਰੂ ਕਹਿੰਦਾ, ਸ਼ਰਧਾ ਰੱਖਣੀ ਸੀ ਉਸ ਤੇ ਜੀ ਤੇ ਗੁਰੂ ਕਹਿੰਦਾ, ਸ਼ਰਧਾ ਰੱਖਣੀ ਸੀ ਪ੍ਰਮਾਤਮਾ ਤੇ, ਅਣਦਿਖਦੇ ਤੇ ਸ਼ੱਕ ਕਰਨੀ ਸੀ ਦਿਖਦਿਆਂ ਤੇ ਅਸੀਂ ਦਿਖਦਿਆਂ ਤੇ ਸ਼ਰਧਾ ਰੱਖ ਲਈ ਤੇ ਅਣਦਿਖਦੇ ਪ੍ਰਮਾਤਮਾ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ। ਉਲਟ ਹੋ ਗਈ ਕਹਾਣੀ। ਸਿੱਧੇ ਰਸਤੇ ਜਾਂਦੇ ਜਾਂਦੇ ਨਾ ਪਛਾਂ ਵੱਲ ਪਰਤ ਲਗੇ ਤਾਂ ਚੇਤਾ ਰੱਖਿਓ ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗੇ। ਅਸੀਂ ਸਿੱਧੇ ਜਾਂਦਿਆਂ ਜਾਂਦਿਆਂ ਪਿੱਛੇ ਮੁੜ ਪਏ। ਹੁਣ ਜਿਹੜੀ ਗੱਲ ਇੱਥੇ ਪੰਜਵੇਂ ਪਾਤਸ਼ਾਹ ਨੇ ਅੱਜ ਦੇ ਬੰਦ ਵਿੱਚ, ਲਾਸਟ ਬੰਦ ਵਿੱਚ ਜ਼ਿਕਰ ਕੀਤਾ ਨਾ, ਵੀ ਭਾਈ ਧਿਆਨ ਨਾਲ ਨਜ਼ਰ ਮਾਰ ਕੇ ਵੇਖ, ਮੇਰੇ ਗੁਰੂ ਕੋਲੇ ਨਾ ਬਹੁਤ ਵੱਡਾ ਖਜ਼ਾਨਾ। ਜਿਸ ਗੁਣਾਂ ਦੇ ਖਜ਼ਾਨੇ ਨੂੰ ਦੁਨੀਆ ਦੇ ਕਿਸੇ ਵੀ ਤਰਾਜੂ ਦੇ ਵਿੱਚ ਤੋਲਿਆ ਨਹੀਂ ਜਾ ਸਕਦਾ। ਦੁਨੀਆ ਦੇ ਕਿਸੇ ਵੀ ਤਰਾਜੂ ਵਿੱਚ ਪਾ ਕੇ ਨਹੀਂ। ਆਪਣੇ ਕੋਲੇ ਪਦਾਰਥ ਤੋਲਣ ਵਾਲੇ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ ਤਰਾਜੂ, ਕੰਡੇ ਬਹੁਤ ਨੇ। ਪਾਤਸ਼ਾਹ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦੇ ਪਰਥਾਏ ਤਾਂ ਬਾਣੀ ਚ ਲਿਖਿਆ ਨਾ, ਕੌਣ ਤਰਾਜੂ ਕਬਨ ਤੁਲਾ ਤੇਰਾ, ਕਬਨ ਸੁਰਾਹ ਬੁਲਾਵਾ, ਕੌਣ ਗੁਰੂ ਕਹਿ ਪੈ ਦੇਖਿਆ ਲੇਵਾ, ਕਹਿ ਪੈ ਮੁੱਲ ਕਰਾਵਾ, ਮੇਰੇ ਲਾਲ ਜੀਓ। ਹੇ ਵਾਹਿਗੁਰੂ ਜੀ, ਮੈਂ ਤੈਨੂੰ ਕਿਹੜੇ ਕੰਡੇ ਵਿੱਚ ਤੋਲਾਂ, ਕਿਸ ਤਰਾਜੂ ਨਾਲ ਤੋਲਾਂ, ਕਿਸ ਪੈਮਾਨੇ ਦੇ ਨਾਲ ਤੈਨੂੰ ਮਿਣਾ ਮੈਂ। ਤੇਰਾ ਮਿਣਤੀ ਦਾ ਕੋਈ ਸਾਧਨ ਨਹੀਂ ਬਣਿਆ, ਤਰਾਜੂ ਨਹੀਂ ਕੋਈ ਬਣਿਆ। ਦੁਨੀਆ ਦਾ ਹਰ ਪਦਾਰਥ ਤੋਲਿਆ ਨਾਪਿਆ ਜਾਂਦਾ ਹੈ, ਪਰ ਪ੍ਰਮਾਤਮਾ ਦੇ ਗੁਣ, ਪ੍ਰਮਾਤਮਾ ਨਾ ਤੋਲਿਆ ਨਾ ਨਾਪਿਆ ਜਾਂਦਾ ਨਹੀਂ। ਇੱਥੇ ਪੰਜਵੇਂ ਪਾਤਸ਼ਾਹ ਨੇ ਗੱਲ ਕਹੀ ਆ। ਇਸ ਚੀਜ਼ ਤੇ ਸਾਨੂੰ ਹੋਣੀ ਸੀ ਸ਼ਰਧਾ, ਵੀ ਹਾਂ ਇਹ ਬਿਲਕੁਲ ਸੱਚ ਹੈ। ਇਹ ਤੇ ਸ਼ਰਧਾ ਹੋਣੀ ਸੀਗੀ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਪ੍ਰਭ ਪਰਮਾਤਮਾ, ਕਰਤਾ ਕਰਤਾ ਪੁਰਖ, ਜੋ ਸਭ ਕੁਝ ਕਰਨ ਕਰਾਉਣ ਵਾਲਾ ਹੈ। ਉਹ ਜੋ ਜੋ ਕਰ ਰਿਹਾ ਨਾ, ਉਹ ਚੰਗਾ ਹੀ ਕਰ ਰਿਹਾ ਹੈਗਾ, ਮੰਦਾ ਨਹੀਂ ਕਰਦਾ ਗਾ। ਸਾਨੂੰ ਸ਼ੱਕ ਪੈ ਜਾਂਦੀ ਹੈ ਵੀ ਇਹ ਪ੍ਰਮਾਤਮਾ ਨੇ ਗਲਤ ਕੀਤਾ, ਇਹ ਗੁਰੂ ਨੇ, ਰੱਬ ਨੇ ਬਹੁਤ ਗਲਤ ਕੀਤਾ। ਪਰ ਮਾਫ ਕਰਨਾ, ਇਹ ਅਵਸਥਾ ਬਣਾਉਣੀ ਬਹੁਤ ਔਖੀ ਆ। ਕਿਹੜੀ? ਵੀ ਜਿਹੜੀ ਅਵਸਥਾ ਦੇ ਵਿੱਚ ਅਸੀਂ ਕਹਿ ਦਈਏ ਵੀ ਜੋ ਵਾਹਿਗੁਰੂ ਕਰਦਾ ਉਹ ਭਲਾ ਹੀ ਕਰਦਾ, ਜੋ ਪਰਮਾਤਮਾ ਕਰਦਾ ਉਹ ਚੰਗਾ ਹੀ ਕਰਦਾ। ਪਰ ਇਹ ਬੋਲ ਬੋਲਣ ਦੇ ਲਈ, ਇਹਨਾਂ ਬੋਲਾਂ ਨੂੰ ਆਪਣੀ ਜ਼ੁਬਾਨ ਤੇ ਲਿਆਉਣ ਦੇ ਲਈ ਵਾਹਿਗੁਰੂ ਪਾਤਸ਼ਾਹ ਸਾਡੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਬਖਸ਼ੇ। ਸਾਨੂੰ ਸ਼ਬਦ ਗੁਰੂ ਤੇ, ਜਿਹਨੂੰ ਆਪਾਂ ਕਹਿ ਦਈਏ ਨਾ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ, ਇੰਨਾ ਦ੍ਰਿੜ ਭਰੋਸਾ ਹੋਣਾ ਚਾਹੀਦਾ ਗਾ। ਅਰਦਾਸ ਦੇ ਵਿੱਚ ਨਾ ਭਰੋਸੇ ਸੰਬੰਧੀ ਹਰ ਇੱਕ ਦਾਤ ਨੂੰ ਇੱਕ ਇੱਕ ਵਾਰ ਮੰਗਿਆ। ਜਦੋਂ ਗੱਲ ਭਰੋਸੇ ਦੀ ਹੁੰਦੀ ਹੈ ਨਾ, ਭਰੋਸਾ 2 ਵਾਰ ਹੀ ਮੰਗਿਆ। ਆਪਾਂ ਪੜ੍ਹਦੇ ਆ ਨਾ, ਜਿੱਥੇ 7 ਦਾਤਾਂ ਮੰਗੀਆਂ ਗਈਆਂ ਨੇ ਗਿਣਤੀ ਦੀਆਂ, ਉਹ 7 ਮੇਨ ਨੇ, ਉਹ 7 ਮਿਲ ਗਈਆਂ ਤੇ ਪਿੱਛੇ ਕੁਝ ਰਹਿ ਨਹੀਂ ਜਾਂਦਾ। ਲਾਸਟ ਦੇ ਬੰਦਾਂ ਵਿੱਚ ਆਪਾਂ ਅਰਦਾਸ ਵਿੱਚ ਜ਼ਿਕਰ ਕਰਦੇ ਆ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ 1 ਵਾਰੀ, ਕੇਸ ਦਾਨ 1 ਵਾਰੀ, ਰਹਿਤ ਦਾਨ 1 ਵਾਰੀ, ਵਸਾਹਾ ਦਾਨ, ਤੇ ਅੱਗੇ ਕੀ ਲਿਖਿਆ ਹੈਗਾ? ਭਰੋਸਾ ਦਾਨ। ਵਸਾਹ ਤੇ ਭਰੋਸਾ ਅੱਖਰੀ ਅਰਥ ਕਰਾਂਗੇ, ਦੋਵਾਂ ਦੇ ਅਰਥ ਇੱਕੋ ਹੀ ਬਣ ਗਏ। ਪਰ ਜਦੋਂ ਆਪਾਂ ਥੋੜਾ ਜਿਹਾ ਅੱਖਰਾਂ ਤੋਂ ਭਾਵ ਅਰਥਾਂ ਤੱਕ ਪਹੁੰਚਾਂਗੇ, ਫਿਰ ਇੱਕ ਥਾਂ ਤੇ ਅਟੁੱਟ ਵਿਸ਼ਵਾਸ ਬਣ ਜੂ, ਇੱਕ ਥਾਂ ਤੇ ਆਮ ਭਰੋਸਾ। ਜਿਵੇਂ ਆਪਾਂ ਕਹਿ ਦਈਏ ਮੇਰੇ ਤੇ ਭਰੋਸਾ ਕਰ, ਫਿਰ ਆਪਾਂ ਕਹਿੰਦੇ ਮੇਰੇ ਤੇ ਅਤੀ ਵਿਸ਼ਵਾਸ ਕਰ, ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ। ਪਤੀ ਪਤਨੀ ਦੇ ਰਿਸ਼ਤੇ ਵਿੱਚ ਪਿਆਰ ਆ ਨਾ,
विचार मिल गए, इत्थे कुंडली मिलण दी गल नहीं, विचार मिल गए। सो वाहिगुरू भला करे, पत्नी किसी होर नगर दी आ, पति किसी होर नगर दा, एक दूजे नूं जाणदा भी कोई नहीं, पर रिश्ता इन्ना प्यारा बन गया, हर एक दिल दा भेद, हर एक गल दा पड़दा पति पत्नी आपस विच शेयर करदे ने। पर जदों अति विश्वास बन गया, जे विश्वास विच किते कमी रह गई ना, अति भरोसे विच कमी रह गई, फिर गड़बड़ा, फिर टुट जांदा। इसे करके गुरु ने सानू ये एक इशारे मात्र गल कीती आ भी जदों आपां गुरु पासों खैरा मंगदे आ ना, केस दान, रहत दान, विवेक दान, भरोसा दान, वसाह दान, उदों सारियां चीज़ां एक एक बार मंग के, पर केवल ते केवल भरोसा विश्वास ये 2 वारी मंगिया जांदा गा। ते इत्थे गल की कीती आ विश्वास दी। जेड़ा प्रभु परमात्मा एडा वड्डा गुणा दा खजाना जिन्हों नापिया तोलिया नहीं जा सकदा, ओदे ते विश्वास बनाईए। अपनी गल सी विश्वास बनाउण तो पहला सानू गुरु ग्रंथ साहिब महाराज जी दी विचारधारा नूं अपनाउणा अति जरूरी होवेगा। एक बारी तां आपां नूं पढ़ना पऊगा। बच्चे नूं ना एक बारी तां स्कूल दे विच भेजण दे लई टॉपियां देणियां पैंदियां, 5-7 रुपये देने पैंदे ने, खाण पीण दा, पहिनण दा, खेडण दा लालच देना पैंदा गा। स्कूल तां जाऊं जे मेरी आ मंग पूरी करोगे। आपां न्याणे आ, जदों पहली वार गुरु नानक दे स्कूल विच आउणे आ ते गुरु पातशाह किरपा करे ते अपने अंदर लालच दी अवस्था होवे तां भी कोई गल नहीं। फरीदा शक्कर खंड नवात गुड़ माखियो माझा दुध, सभे वस्तु मिठियां रब ना पुजन तुद। मतलब वो अवस्था किस दिन बनू जिदे भगत फरीद साहब जी ने कह दिता, मैनू मां मेरीए कुछ भी नहीं वधिया लगदा, ना गुड़ ना शहद ना शक्कर ना मिश्री ना दुध, बस इन्हां तो उपर परमात्मा दा नाम रस है। अति विश्वास बन गया। लालच की सी, पुत अज कुरान दा एक पन्ना पढ़ेगा गुड़ मिलू, 2 पन्ने पढ़ेगा शक्कर मिलू, 3 पन्ने पढ़ेगा शहद दुध मिलूगा, 4 पन्ने पढ़ेगा तो तेनू मिश्री मिलू, नवात, नवात अर्थ मिश्री। इदा लालच। चलो जिस दिन वो लालची भावना तो उपर उठ गए फिर की आ, फिर हुण कहण दी लोड़ नहीं। बच्चे दे जीवन विचों पहली दूजी क्लास दे विचों लालच खत्म हो गया, फिर तीजी चौथी क्लास दे विच वड्डी क्लास दे विच जाके ना हुण अंदर चाह पैदा हो गया। हुण कहण दी लोड़ नहीं, वो अपने आप ही स्कूल वल भजदा हैगा। इवें जिवें साडी अवस्था बननी चाहिदी आ। गुरु कोले आईए, एक वारी पढ़ीए, सुणीए, समझिए, उस तो बाद साडे अंदर इन्नी को हिम्मत दृढ़ता बन जावे, असीं खुद गुरबाणी पढ़न, गुरबाणी सुनन, विचार करन दे रस्ते ते तुर पईए, सानू कहण दी लोड़ ना पवे। जदों ना कहण दी लोड़ पई ना फिर गुरु ते भरोसा ते, नहीं तां माफ करना मैं सच्ची जी गल जरूर कहांगा, साडा भरोसा लंगड़ा, साडा भरोसा, साडा यकीन, साडा विश्वास लंगड़ा। क्यों लंगड़ा? क्योंकि कोई भी कारज आरंभना गुरु अगे भी हथ बन्ने आ ते होर थावां ते भी हथ बन्ने आ। कदे अपने आप नूं कंपैरिजन करके देखो भी कोई भी कारज आ, विआह खुशी कुछ भी आ, किसी भी कारज विच केवल ते केवल गुरु दे दृढ़ भरोसा गा, जां कोई रस्ते दे विच होर भी अंगली संगली जुड़ी हुई है, किते कोई डेरा, कोई मड़ी मसान, कोई कबर, कोई बड़ा वडेरा, बड़ा कुछ करते हैं ना, किते राह विच कोई होर तां नहीं है। जे हैगा तां भरोसे च कमी है, जे नहीं है तां यकीन जानो साडा भरोसा लंगड़ा नहीं, फिर ये सही हो गया। हुण गुरदेव पासे जिक्र की करते ने, कहंदे फिर सानू गुरु नानक पातशाह दे उपदेश नूं पूरे ध्यान दे नाल समझना पवेगा, फिर किते जाके साडा भरोसा बनेगा। अपनी विचार सी विश्वास गुरु ते संपूर्ण होवे, अणडिठे गुरु ते जिहड़ा दींदा नहीं है ते जिहड़ा संसार वेखदा ना, इहदे ते शक करो। शक करन तो भाव की है? शक च लड़ाई है ना। गुरु कहंदा शक करो, शक च लड़ाई आ। शक की करना गा? शक ये करना भी जो कुछ मैं वेख रहा की सच आ कि झूठ आ, जिदे कोले मैं गया वो मेरा हमदर्दी है या नहीं है, शक कर। जिन्हों पर तर्क भी कह दिए, तर्क दे विच की है? साडी जिंदगी दा विकास है,
ਭੁਲੇਖਾ ਨਾ ਖਾਇਓ। ਆਪਾਂ ਕਈ ਵਾਰ ਕਹਿੰਦੇ ਨਾ ਵੀ ਗੁਰੂ ਨਾਨਕ ਸਾਹਿਬ ਜਿੱਥੇ ਗਿਆ ਉੱਥੇ ਤਰਕ ਕੀਤੀ, ਜਿੱਥੇ ਗੁਰੂ ਸਾਹਿਬ ਗਿਆ ਨਾ ਉੱਥੇ ਸਵਾਲ ਕੀਤੇ, ਜਿੱਥੇ ਗੁਰੂ ਸਾਹਿਬ ਗਏ ਉੱਥੇ ਜਾ ਕੇ ਕੀ ਹੋਇਆ, ਪਰ ਵਾਹਿਗੁਰੂ ਭਲਾ ਕਰੇ ਗੁਰੂ ਸਾਹਿਬ ਨੇ ਸ਼ੱਕ ਕੀਤਾ। ਪਰ ਉਹ ਵਾਹਿਗੁਰੂ ਨੇ ਨਾ, ਗੁਰੂ ਨੇ ਜਿਹਦੀ ਗੱਲ ਆਪਾਂ ਕਰ ਰਹੇ ਹਾਂ, ਉਹਨੇ ਦੁਨੀਆ ਦੇ ਪਦਾਰਥਾਂ ਤੇ ਸ਼ੱਕ ਕੀਤਾ, ਪਰ ਰੱਬ ਤੇ ਪਰਮਾਤਮਾ ਤੇ ਸ਼ੱਕ ਨਹੀਂ ਕੀਤਾ। ਪਰਮਾਤਮਾ ਤੇ ਅਟੁੱਟ ਵਿਸ਼ਵਾਸ ਹੈ। ਜਿੱਥੇ ਗਿਆਨ ਜਿੱਤੇ ਸ਼ੱਕ ਕੀਤਾ, ਉਹ ਸ਼ੱਕ ਕਰਨ ਵਾਲੇ ਨੂੰ ਗੁਰੂ ਪਰਮਾਤਮਾ ਦੇ ਵਿਸ਼ਵਾਸ ਦਾ ਪਾਤਰ ਬਣਾ ਦਿੱਤਾ। ਤੇਰੀ ਰੀਤ ਗਲਤ ਆ ਰੀਤ ਆਪਣਾ ਆ ਸਹੀ ਆ। ਸ਼ੱਕ ਵਿੱਚ, ਤਰਕ ਵਿੱਚ ਵਿਕਾਸ ਆ ਜ਼ਿੰਦਗੀ ਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਭਾਈ ਬਹੁਤ ਵੱਡਾ, ਨਜਾਇਜ਼ ਵੱਡਾ, ਜਿਹੜਾ ਸਾਰੇ ਕਾਰਜਾਂ ਵਿੱਚ ਸਫਲਤਾ ਦਿੰਦਾ। ਉਹਦੇ ਤੇ ਵਿਸ਼ਵਾਸ ਕਰੀਏ ਤੇ ਉਹ ਪਰਮਾਤਮਾ ਜੋ ਕਰਦਾ ਸੋ ਵਧੀਆ ਕਰਦਾ, ਮਾੜਾ ਨਹੀਂ ਕਰਦਾ। ਤਾਈਓ ਗੁਰੂ ਸਾਹਿਬ ਨੇ ਇਸ ਪੰਕਤੀ ਦੇ ਵਿੱਚ ਸਾਨੂੰ ਦੱਸਿਆ, ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਅੱਗੇ ਉਸਤਤ ਕੌਣ ਕਰੀਜੈ। ਅਜਿਹੇ ਪਰਮਾਤਮਾ ਦੀ ਸੰਪੂਰਨ ਉਸਤਤ ਦੁਨੀਆ ਦੇ ਵਿੱਚ ਕੋਈ ਕਰ ਨਹੀਂ ਸਕਦਾ। ਅੱਖਰੀ ਅਰਥ ਬਣ ਗਏ ਉਸਤਤ ਕੌਣ ਕਰੀਜੈ। ਕੌਣ ਵਿਅਕਤੀ ਆ ਜੋ ਵਾਹਿਗੁਰੂ ਜੀ ਦੀ ਸੰਪੂਰਨ ਉਸਤਤ ਕਰ ਲੇ। ਉਸਤਤ ਕਰਨੀ ਆ, ਪਰ ਉਸਤਤ ਕਦੇ ਮੁੱਕਦੀ ਨਹੀਂ ਹੈ। ਸਮਝ ਗਏ ਨਾ ਵੀ ਉਸਤਤ ਵਾਹਿਗੁਰੂ ਜੀ ਦੀ ਕਰਨੀ ਆ, ਪਰ ਉਸਤਤ ਮੁੱਕਦੀ ਨਹੀਂ ਹੈ। ਇਸ ਕਰਕੇ ਉਹ ਪਰਮਾਤਮਾ ਦੀ ਉਸਤਤ ਕਰਨ ਵਾਲਾ ਦੁਨੀਆ ਦੇ ਵਿੱਚ ਕੋਈ ਜਨਮ ਨਹੀਂ ਲਿਆ ਅਜੇ ਤੱਕ ਕਿਸੇ ਨੇ, ਨਾ ਕੋਈ ਜੰਮੇ। ਕਰਨੀ ਜ਼ਰੂਰ ਆ, ਪਰ ਸੰਪੂਰਨ ਉਸਤਤ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੰਪੂਰਨ ਉਸਤਤ ਕਰਨ ਵਾਲਾ ਦੁਨੀਆ ਦੇ ਵਿੱਚ ਕੋਈ ਜਨਮਿਆ ਨਹੀਂ, ਪਰ ਜਿੱਥੇ ਤੂੰ ਉਸਤਤ ਕਰਦਾ ਉੱਥੇ ਵਿਸ਼ਵਾਸ ਰੱਖ। ਆਪਣੀ ਜ਼ਿੰਦਗੀ 'ਚ ਕਹਿ, ਵਾਹਿਗੁਰੂ ਜੀ ਜੋ ਤੂੰ ਕਰਦਾ ਸੋ ਚੰਗਾ ਕਰਦਾ। ਜੋ ਤੂੰ ਮੈਂ ਪੜ੍ਹਦਾ ਨਾ ਉਹ ਮੈਂ ਤੇਰੇ ਤੇ ਯਕੀਨ ਕਰਕੇ ਪੜ੍ਹਨਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮੈਂ ਪੜ੍ਹਦਾ ਤਾਂ ਮੈਨੂੰ ਯਕੀਨ ਹੋਵੇ। ਕਹਿੰਦੇ ਨਾ ਇੱਕ ਵਾਰ ਇੱਕ ਰਾਜਾ ਸੀ, ਉਹ ਕਹਿੰਦੇ ਸ਼ਿਕਾਰ ਖੇਡਣ ਦੇ ਲਈ ਚਲਾ ਗਿਆ ਤੇ ਆਪਣੇ ਕਾਫਲੇ ਨਾਲੋਂ ਵਿਛੜ ਗਿਆ, ਭਟਕ ਗਿਆ। ਸੰਘਣਾ ਜੰਗਲ ਆ, ਆਪਣੇ ਕਾਫਲੇ ਨਾਲੋਂ ਭਟਕ ਕੇ ਸੰਘਣੇ ਜੰਗਲ ਦੇ ਵਿੱਚ ਰੁਲ ਗਿਆ। ਹੁਣ ਡੰਡੀ ਕੋਈ ਨਹੀਂ ਲੱਭਦੀ, ਰਸਤਾ ਕੋਈ ਨਹੀਂ ਲੱਭਦਾ, ਔਟਲਿਆ ਹੋਇਆ, ਵਿਛੜਿਆ ਹੋਇਆ, ਆਪਣੇ ਸਾਥੀਆਂ ਨੂੰ ਲੱਭਦਾ ਹੋਇਆ ਉਹ ਇੱਕ ਥਾਂ ਚਲਾ ਗਿਆ, ਕਿੱਥੇ, ਜਿੱਥੇ ਉਹ ਲੋਕ ਨੇ ਜਿਨ੍ਹਾਂ ਨੂੰ ਜੋ ਖਾਣ ਨੂੰ ਮਿਲ ਜਾਂਦਾ ਉਹੀ ਖਾ ਲੈਂਦੇ ਨੇ। ਮਾਸ ਮਿੱਟੀ ਕਹਿ ਲੋ, ਜੰਗਲੀ ਜੀਵਾਂ ਵਰਗੇ ਲੋਕ। ਉਹਨਾਂ ਨੇ ਰਾਜੇ ਨੂੰ ਪਕੜ ਲਿਆ, ਬੰਦਾ ਮਿਲਿਆ ਤੇ ਇਹਨੂੰ ਆਪਾਂ ਵੱਢਾਂਗੇ, ਖਾਵਾਂਗੇ, ਇਹਦੀ ਆਪਾਂ ਆਪਣੇ ਗੁਰੂ ਅੱਗੇ, ਪੀਰ ਅੱਗੇ, ਜੋ ਉਹਨਾਂ ਦੀ ਮਨੌਤ ਆ ਉਹਦੇ ਅੱਗੇ ਇਹਦੀ ਬਲੀ ਦੇਵਾਂਗੇ, ਇਹਨੂੰ ਖਤਮ ਕਰਾਂਗੇ। ਜਦੋਂ ਰਾਜੇ ਦੇ ਆਸੇ ਪਾਸੇ ਵੱਡੇ ਵੱਡੇ ਹਥਿਆਰ ਲੈ ਕੇ ਨੇੜੇ ਹੋ ਗਏ ਨਾ, ਕੀ ਕਰਨਾ, ਕਹਿੰਦੇ ਤੇਰੀ ਬਲੀ ਦੇਣੀ ਆ। ਫਿਰ ਅਸੀਂ ਆਪਣੇ ਗੁਰੂ ਨੂੰ ਛਿੱਟਾ ਲਵਾ ਕੇ, ਭੋਗ ਲਵਾ ਕੇ ਫਿਰ ਤੈਨੂੰ ਖਾਵਾਂਗੇ। ਰਾਜਾ ਡਰ ਗਿਆ, ਤ੍ਰਿਪਕ ਗਿਆ ਵੀ ਹੁਣ ਕੌਣ ਬਚਾਵੇ। ਤੇ ਸੱਚ ਜਾਣਿਓ ਬਚਾਉਣ ਵਾਲਾ ਵੀ ਕੋਈ ਨਹੀਂ ਹੈ। ਪਰ ਇੱਥੇ ਇੱਕ ਰਾਜੇ ਦੇ ਨਾਲ ਪਿੱਛੇ ਘਟਨਾ ਵਾਪਰੀ ਹੋਈ ਆ। ਉਹ ਘਟਨਾ ਕਿਹੜੀ ਆ? ਰਾਜੇ ਦੀ ਕਿਸੇ ਵਜ੍ਹਾ ਕਰਕੇ ਇੱਕ ਵਾਰ ਉਂਗਲ ਟੁੱਟ ਗਈ, ਕੱਟੀ ਗਈ। ਤੇ ਜਿਹੜਾ ਦਾ ਵਜ਼ੀਰ ਸੀ ਉਹ ਬੜਾ ਭਲਾ ਮਾਨਸ ਸੀ, ਗੁਰੂ ਤੇ ਪਰਮੇਸ਼ਰ ਤੇ ਅਟੁੱਟ ਵਿਸ਼ਵਾਸ ਰੱਖਣ ਵਾਲਾ। ਰਾਜਾ ਕਹਿੰਦਾ, ਵਜ਼ੀਰ ਸਾਹਿਬ ਅੱਜ ਤਾਂ ਬਹੁਤ ਦਰਦ ਹੋ ਰਿਹਾ ਹੱਥ ਦੇ ਵਿੱਚ। ਰਾਜਨ, ਕਿਉਂ? ਉਂਗਲ ਕੱਟੀ ਗਈ, ਵੱਢੀ ਗਈ, ਟੁੱਟ ਗਈ। ਤੇ ਉਹ ਵਜ਼ੀਰ ਹੱਸ ਕੇ ਮੁਸਕਰਾ ਕੇ ਕਹਿੰਦਾ, ਚੱਲ ਵਧੀਆ ਹੋ ਗਿਆ, ਜੋ ਕੀਤਾ ਰੱਬ ਨੇ ਚੰਗਾ ਹੀ ਕੀਤਾ। ਇੱਕ ਪਾਸੇ ਦਰਦ ਦੀ ਪੀੜਾ ਤੇ ਇੱਕ ਪਾਸੇ ਵਜ਼ੀਰ ਕਹਿੰਦਾ ਜੋ ਹੋ ਗਿਆ ਚੰਗਾ ਹੀ ਹੋ ਗਿਆ, ਵਧੀਆ ਹੀ ਹੋਇਆ। ਇੰਨੀ ਗੱਲ ਕਹਿਣ ਤੇ ਉਹ ਰਾਜੇ ਨੇ ਉਸ ਵਜ਼ੀਰ ਨੂੰ ਜੇਲ੍ਹ 'ਚ ਬੰਦ ਕਰਵਾ ਦਿੱਤਾ। ਨੂੰ ਬੰਦ ਕਰੋ ਜੇਲ੍ਹ 'ਚ, ਭਾਵੇਂ ਮੇਰਾ ਵਜ਼ੀਰ ਆ ਪਰ ਇਹਨੇ ਮੇਰੇ ਪਰਥਾਏ ਗੱਲ ਆ ਬੋਲੀ ਆ ਤੇ ਮੈਂ ਇਹਨੂੰ ਬਾਹਰ ਨਹੀਂ ਰੱਖਣਾ, ਇਹਨੂੰ ਜੇਲ੍ਹ 'ਚ ਬੰਦ ਕਰੋ, ਸਜ਼ਾ ਦਿਓ।
मेरे पीड़ हुंदी आ, दर्द हुंदी आ। ये कहंदा जो रब ने कीता चंगा ही कीता। ਜਦੋਂ ਜੇਲ੍ਹ ਵਿੱਚ ਸੁੱਟ ਦਿੱਤਾ, ਜੇਲ੍ਹ ਵਿੱਚ ਕਮਰੇ 'ਚ ਬੰਦ ਹੋਣ ਵੇਲੇ ਵੀ ਆਵਾਜ਼ ਇਹੀ ਦਿੱਤੀ ਵਜ਼ੀਰ ਨੇ, ਕਹਿੰਦਾ ਜੋ ਹੋਇਆ ਚੰਗਾ ਹੀ ਹੋਇਆ। ਜਿਵੇਂ ਜੇਲ੍ਹ 'ਚ ਆਇਆ ਨਾ ਤਾਂ ਜੋ ਹੋਇਆ ਇਹ ਚੰਗਾ ਹੀ ਹੋਇਆ, ਮਾੜਾ ਨਹੀਂ ਹੋਇਆ। ਉਹ ਰੱਬ ਨੇ ਚੰਗਾ ਹੀ ਕੀਤਾ, ਮਾੜਾ ਨਹੀਂ ਕੀਤਾਗਾ। ਜਦੋਂ ਉੱਥੇ ਵੀ ਇਹ ਗੱਲ ਕਹੀ, ਦੂਸਰੇ ਜੇਲ੍ਹ 'ਚ ਬੰਦ ਕਰਨ ਵਾਲੇ ਸਿਪਾਹੀ ਹੈਰਾਨ ਨੇ। ਚਲੋ ਹੁਣ ਇਹ ਘਟਨਾ ਪਿੱਛੇ ਵਾਪਰੀ ਪਈ ਹੈ। ਜਦੋਂ ਇਸ ਰਾਜੇ ਨੂੰ ਉਹਨਾਂ ਲੋਕਾਂ ਨੇ ਫੜ ਲਿਆ ਤੇ ਕਹਿੰਦੇ ਹੁਣ ਇਹਦੀ ਬਲੀ ਦੇਣੀ ਆ, ਉਹਨਾਂ ਨੇ ਆਪਣੇ ਵੱਲੋਂ ਮੰਤਰ ਪੜ੍ਹਨੇ ਸ਼ੁਰੂ ਕਰਦੇ ਜੋ ਉਹਨਾਂ ਦੀ ਮਨੌਤ ਆ। ਇਹਦੇ ਵਿੱਚੋਂ ਆਪਾਂ ਸਿੱਖਿਆ ਲੈਣੀ ਆ। ਸਾਖੀ ਵੱਲ ਨਹੀਂ ਜਾਣਾ, ਆਪਾਂ ਸਿੱਖਿਆ ਵੱਲ ਜਾਣਾ। ਹੁਣ ਅੱਗੇ ਕੀ ਹੋਇਆ, ਜਦੋਂ ਆਪਣੇ ਵੱਲੋਂ ਮੰਤਰ ਉਚਾਰਨੇ ਸ਼ੁਰੂ ਕਰ ਦਿੱਤੇ ਵੀ ਹੁਣੇ ਬਸ 2-4 ਮੰਤਰ ਜੋ ਉਹਨਾਂ ਦੀ ਮਨੌਤ ਆ ਪੜ੍ਹ ਕੇ ਇਹਨੂੰ ਵੱਢ ਦੇਵਾਂਗੇ ਤੇ ਉਦੋਂ ਬਾਅਦ ਇਹਦੀ ਜੋ ਕਿਰਿਆ ਗਈ ਆਪਾਂ ਸਾਰੀ ਕਰਨੀ ਹੈ ਖਾਣ ਪੀਣ ਦੀ। ਰਾਜਾ ਡਰ ਰਿਹਾਗਾ। ਇੰਨੇ ਮੰਤਰ ਪੜ੍ਹਦਿਆਂ ਮੰਤਰ ਪੜ੍ਹਨ ਵਾਲੇ ਵਿਅਕਤੀ ਦੀ ਜਿਹੜੀ ਧਿਆਨ ਆ ਨਾ, ਵਿਰਤੀ ਆ, ਉਹਦੇ ਸਰੀਰ ਵੱਲ ਗਈ। ਅੱਖ, ਨਿਗਾਹ, ਸੁਰਤ। ਜਦੋਂ ਸਰੀਰ ਵੱਲ ਨਿਗਾਹ ਮਾਰੀ ਨਾ ਤੇ ਉਹਦੇ ਹੱਥ ਦੀ ਉਂਗਲ ਕੱਟੀ ਹੋਈ ਨਜ਼ਰ ਪੈ ਗਈ। ਉਹਨਾਂ ਦੀ ਮਨੌਤ ਮੁਤਾਬਕ ਅੰਗਹੀਣ ਦੀ ਬਲੀ ਨਹੀਂ ਲੱਗਦੀ। ਕਹਿੰਦੇ ਜੇ ਬਲੀ ਲੱਗਦੀ ਆ ਤਾਂ ਉਹ ਸਾਬਤ ਮਨੁੱਖ ਦੀ ਲੱਗਦੀ ਆ, ਸਾਬਤ ਜੀਵ ਦੀ ਕਹਿ ਲੋ। ਜੋ ਵੀ ਬਲੀਆਂ ਦਿੰਦੇ ਨੇ ਉਹਨਾਂ ਦੀ ਮਨੌਤ ਆ। ਕਹਿੰਦੇ ਨਹੀਂ ਇਹਦੀ ਬਲੀ ਲੱਗਣੀ, ਆਪਣਾ ਭਗਵਾਨ ਨਹੀਂ ਖੁਸ਼ ਹੋਣਾ, ਇਹਨੂੰ ਛੱਡ ਹੀ ਦਿਓ, ਆਪਾਂ ਹੋਰ ਪਕੜ ਲਾਂ। ਕਹਿੰਦੇ ਕੋਈ ਗੱਲ ਨਹੀਂ, ਮੰਨ ਲਵੋ ਉਹ ਉਂਗਲ ਕੱਟੀ ਹੋਣ ਕਰਕੇ, ਵੱਡੀ ਹੋਣ ਕਰਕੇ ਉਹ ਰਾਜੇ ਨੂੰ ਉਹਨਾਂ ਨੇ ਛੱਡ ਦਿੱਤਾ ਵੀ ਇਹਦੀ ਬਲੀ ਸਾਡੇ ਗੁਰੂ ਨੇ, ਸਾਡੇ ਪੀਰ ਨੇ ਕਬੂਲ ਨਹੀਂ ਕਰਨੀਗੀ, ਰਹਿਣ ਦਿਓ ਇਹਨੂੰ। ਜਦੋਂ ਛੱਡਤਾ ਨਾ ਤੇ ਰਾਜਾ ਸ਼ੁਕਰ ਕਰਦਾ ਰੱਬ ਦਾ, ਰੱਬਾ ਤੇਰਾ ਸ਼ੁਕਰ ਹੈ। ਇੱਕ ਦਿਨ ਤਾਂ ਮੇਰੇ ਵਜ਼ੀਰ ਨੇ ਕਿਹਾ ਸੀ ਉਂਗਲ ਵੱਢੀ ਗਈ, ਜੋ ਹੋ ਗਿਆ ਚੰਗਾ ਹੀ ਹੋ ਗਿਆ, ਮਾੜਾ ਨਹੀਂ ਹੋਇਆ। ਅੱਜ ਮੈਂ ਕਹਿਣਾ ਜੇ ਉਸ ਦਿਨ ਮੇਰੀ ਉਂਗਲ ਟੁੱਟੀ, ਉਂਗਲ ਵੱਢੀ ਗਈ ਤਾਂ ਚੰਗਾ ਹੀ ਹੋਇਆ, ਮਾੜਾ ਨਹੀਂ ਹੋਇਆਗਾ। ਜੇ ਉਹ ਉਂਗਲ ਸਾਬਤ ਹੁੰਦੀ ਤੇ ਅੱਜ ਮੇਰੀ ਧੌਣ ਵੱਢੀ ਜਾਂਦੀ। ਉਂਗਲ ਸਾਬਤ ਹੁੰਦੀ ਨਾ, ਅੱਜ ਮੇਰੀ ਧੌਣ ਵੱਢੀ ਜਾਂਦੀ। ਰਾਜਾ ਉਸ ਜੰਗਲ ਵਿੱਚੋਂ ਆਪਣੇ ਘਰ ਹੌਲੀ ਹੌਲੀ ਪਰਤ ਆਇਆ ਤੇ ਆ ਕੇ ਕੀ ਕਹਿੰਦਾ ਨਾ, ਜਦੋਂ ਵਿਛੜੇ ਰਾਜੇ ਨੂੰ ਮਿਲੇ ਸਾਰੇ ਪਰਿਵਾਰ ਦੇ ਮੈਂਬਰ, ਹੋਰ ਚੇਲੇ ਚਾਟੜੇ, ਕਹਿੰਦਾ ਸਭ ਤੋਂ ਪਹਿਲਾਂ ਮੇਰਾ ਕਰਮ ਇਹ ਆ ਵੀ ਜਿਹੜਾ ਵਜ਼ੀਰ ਮੈਂ ਜੇਲ੍ਹ ਵਿੱਚ ਡੱਕਿਆ ਸੀ ਇਹਨਾਂ ਨੂੰ ਬਾਹਰ ਕੱਢ ਦਿਓ ਤੇ ਮੇਰੇ ਕੋਲੇ ਲਿਆਓ। ਜਦੋਂ ਵਜ਼ੀਰ ਬਾਹਰ ਆ ਗਿਆ ਨਾ, ਸਨਮੁਖ ਭਰੀ ਸਭਾ ਦੇ ਵਿੱਚ ਜਿਹੜਾ ਵਜ਼ੀਰ ਜੇਲ੍ਹ ਦੇ ਵਿੱਚੋਂ ਬਾਹਰ ਆਇਆ, ਰਾਜਾ ਉਹਦੇ ਪੈਰੀਂ ਡਿੱਗ ਪਿਆ, ਆਪਣਾ ਸਿਰ ਵਜ਼ੀਰ ਦੇ ਪੈਰਾਂ ਵਿੱਚ ਰੱਖ ਦਿੱਤਾ। ਵਜ਼ੀਰ ਇੱਕ ਦਿਨ ਤੂੰ ਆ ਗੱਲ ਕਹੀ ਸੀ ਉਂਗਲ ਕੱਟਣ ਤੇ ਪੀੜ ਹੁੰਦੀ ਸੀ, ਮੈਂ ਤੈਨੂੰ ਕਿਹਾ ਦਰਦ ਹੁੰਦਾ, ਤੂੰ ਕਹਿੰਦਾ ਰੱਬ ਨੇ ਜੋ ਕੀਤਾ ਚੰਗਾ ਹੀ ਕੀਤਾ। ਪਰ ਵਾਕਈ ਤੇਰੇ ਮੁਖੋਂ ਉਹ ਪ੍ਰਮਾਤਮਾ ਨੇ ਜੋ ਕਹਾਇਆ ਚੰਗਾ ਹੀ ਕਹਾਇਆ। ਉਹ ਉਂਗਲ ਕੱਟੀ ਗਈ, ਵਾਕਈ ਮੇਰੇ ਲਈ ਚੰਗੀ ਸੀ। ਜੇ ਉਹ ਉਂਗਲ ਨਾ ਕੱਟੀ ਹੁੰਦੀ ਅੱਜ ਮੈਂ ਸਦਾ ਲਈ ਇਸ ਦੁਨੀਆ ਤੋਂ ਚਲਾ ਜਾਂਦਾ। ਉਹਨਾਂ ਨੇ ਮੈਨੂੰ ਮਾਰ ਦੇਣਾ ਸੀ, ਖਤਮ ਕਰ ਦੇਣਾ ਸੀ। ਉਂਗਲ ਨਾ ਹੋਣ ਕਰਕੇ ਮੇਰੀ ਉਹਨਾਂ ਨੇ ਬਲੀ ਨਹੀਂ ਦਿੱਤੀ, ਮੈਂ ਔਟਲ ਗਿਆ ਸੀ, ਪਕੜਿਆ ਗਿਆ ਸੀ। ਇੱਕ ਗੱਲ। ਦੂਸਰੀ ਗੱਲ, ਇੱਥੇ ਫੇਰ ਵਜ਼ੀਰ ਕਹਿੰਦਾ ਜੋ ਹੋਇਆ ਚੰਗਾ ਹੀ ਹੋਇਆ। ਕਿਉਂ? ਜੇ ਮੈਂ ਤੈਨੂੰ ਇਹ ਗੱਲ ਕਹਿੰਦਾ ਨਾ, ਤੂੰ ਮੈਨੂੰ ਪੁੱਛਦਾ ਨਾ, ਜੰਗਲ ਵਿੱਚ ਮੈਂ ਵੀ ਤੇਰੇ ਨਾਲ ਹੀ ਜਾਣਾ ਸੀ। ਕੋਈ ਦੂਜੇ ਚੇਲੇ ਚਾਟੜੇ ਤਾਂ ਪਿੱਛੇ ਰਹਿ ਗਏ ਨਾ। ਮੈਂ ਵਜ਼ੀਰ ਹੋਣ ਕਰਕੇ ਤੇਰੀ ਅਗਵਾਈ ਕਰਨੀ ਸੀ, ਤੇਰੇ ਨਾਲ ਜਾਣਾ ਸੀ। ਤੂੰ ਬਚ ਜਾਂਦਾ, ਉੱਥੇ ਮੈਂ ਮਾਰਿਆ ਜਾਂਦਾ। ਤੂੰ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਨਾ, ਚੰਗਾ ਹੀ ਹੋਇਆ। ਇਹ ਵੀ ਤੂੰ ਵੀ ਬਚ ਗਿਆ, ਮੈਂ ਵੀ ਬਚ ਗਿਆ। ਤੂੰ ਮੈਨੂੰ ਜੇਲ੍ਹ ਸੁੱਟ ਗਿਆ, ਤੂੰ ਉਧਰ ਵਗ ਗਿਆ, ਵਿਧ ਸੀ ਉਹ ਕਾਰਨ ਸੀ ਆਪਣਾ, ਦੋਵਾਂ ਦੀ ਟਲ ਗਿਆ। ਰੱਬ ਜੋ ਕਰਦਾ ਚੰਗਾ ਹੀ ਕਰਦਾ, ਜੋ ਨੇ ਹੁਣ ਕੀਤਾ ਇਹ ਵੀ ਚੰਗਾ ਹੀ ਕੀਤਾ। ਆਪਣੀ ਗੱਲ ਸੀ ਗੁਰੂ ਅੱਗੇ ਖੜ ਕੇ ਜਾਂ ਆਪਣੇ ਘਰ ਵਿੱਚ ਆਪਣੀ ਆਤਮਾ ਅੱਗੇ ਖੜ ਕੇ। ਅੱਜ ਦਾ ਹੁਕਮਨਾਮਾ ਸਾਹਿਬ ਹੈ ਨਾ, ਆਤਮਾ ਦੇ ਸੰਬੰਧੀ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਐ ਤਹਿ ਸੂਰਾ। ਆਤਮ ਜਿਣੈ, ਆਪਣੀ ਆਤਮਾ ਨੂੰ ਜਾਣ। ਆਤਮ ਜਿਣੈ ਸਗਲ ਵਸ ਤਾਂ ਕੈ, ਤੇਰੇ ਸਾਰਾ ਕੁਝ ਹੀ ਵਸ ਵਿੱਚ ਹੋ ਜਾਵੇਗਾ ਜੇ ਆਤਮਾ ਨੂੰ ਪਛਾਣ ਲਿਆ। ਪਰ ਅੱਜ ਹੀ ਵਾਰੀ ਤੌਰ ਤੇ ਬਹੁਤ ਕੁਝ ਪਛਾਣਿਆ ਪਰ ਆਤਮਾ ਦੀ ਪਰਖ ਨਹੀਂ ਕੀਤੀ।
आत्म जिणै सगल वस्तांकै जां का सतगुर पूरा। चलो इत्थे विचार सी भी असी अपने गुरु तो ये सिख लईए साडी जुबान ते लफज आवे जो रब करदा चंगा ही करदा वो माड़ा नहीं करदा। पर इस छोटे जे लफज तक पहुंचण दे लई मैनूं इउं प्रतीत आ भी बहुत ज्यादा समा लगना, थोड़ा समा नहीं लगना। ये अवस्था किहदी आ? दुनिया दे विच निगाह मार के वेखो, आपां अज दे समय विच निगाह मार के वेखो, जिहड़ी अवस्था दी इत्थे गुरु गल करदा ना, ये अवस्था किहदी आ? पंजवें पातशाह दी। तेरा भाणा मिठा लागे। उसे नहीं कहा ना तत्ती तवी ते बैठण दा हुक्म आ, कहंदा तां की हो गया बह जावांगे। मन लवो ये विपता साडे ते अजे फिर की होऊगा। अज किवें साडा जो संघर्ष चल रहा, घोल चल रहा, इहदे विच दो फाड़ छड्डो, अड्डो अड्ड मूँह किवें हो रहे ने, किवें कीते जा रहे ने। ये सारी की कहांगे आपां उहदे भाणे चों टुੱਟੇ होयां दी कहानी हुंदी आ। एक टेंट सन ना, टेंट दे विच की बन्निया होया? कपड़ा बन्निया होया हैगा। एक धिर इधर, एक धिर इधर, इधरली धिर कहंदी पहली धिर नाल साडी बनदी नहीं। ते आपां किवें मन्नांगे भी इन्हां नूं गुरु ते भरोसा हो, यकीन होऊगा? ये ओ धिर आ जिहड़ी धिर गुरु ग्रंथ साहिब नाल जुड़ी हुई है ना। जे दुश्मन सामने हथ इउं करदा ना, दुश्मन सामने हथ इउं करदा मैनूं पानी चाहीदा, उहने ये नहीं पुछिया तू कौन आ, मैं नहीं तैनूं पानी पिलाउंदागा, सगों पानी भी पिलाया। जे इशारा कीता ना, मेरी बांह, मेरी लत्त, मेरी आसे पासे शरीर दे चंड होए ने, दर्द हो रहा गा, तां नाल मलम ते पट्टी भी कीती आ। ते साडे संसार दे आगूआं दा हाल की आ? ताइयों साडी जिੱਤ नहीं हुंदीगी। आगू हाल की आ? हाल ये आ भी वो साडी धिर दा बंदा नहीं, साडी पार्टी दा बंदा नहीं, असीं उहदी मदद नहीं करदे। उहनूं भावें पुलिस कुट्टे मारे, रोड़े मारे, कुछ करे, असीं तां साथ नहीं दिंदेगे ना। सो वाहिगुरू भला करे। सच्ची गल ये आ, ये पिंड लेवल ते भी कुछ हुंदा गा। कदे वक्त आए ना फिर विचार होवेगी इस विषय ते, नहीं भी रह जाएगी, जरूर होवेगी। पिंड पद्धर ते भी गल हुंदी आ काम किहने कीता? फलानी पार्टी दे ने, मैं उहदे नाल नहीं जांदागा। आ काम किहने कीता? ये तां मजलूमां दा लड़का सी, तां नौजवान रविदासियां दा सी, तां घुमियारां दा सी, तरखाना दा सी। ना ना ना, मैं जट हुन्ना, मैं उहदे नाल क्यों जावां? आ भावना साडे अंदर अजे भी घुसड़ी पई आ। जिद्दे आ निकलू ना उदे किरपान पाई कबूल हो। नहीं, किरपाना पाउण दा कोई फायदा नहीं, दस्तारां बन्नण दा कोई फायदा नहीं गा। ये भाई कन्हैया जी तो सिक्ख्या लो। उन्हें देखिया भी तू कौन आ? पानी मंगण वालिया मुसलमान आ, हिंदू आ, तू कौन आ? छोटी जात दा, वड्डी जात दा, कौन आ तू? नहीं, उन्हें नहीं वेख्यागा। अपने वचन सी जो गुरु कहंदा वो अज अपनी साइड ते थोड़ी गल चलेगी। भला करे महाराज साडा सारियां दा साडी अवस्था बन जावे। मानस की जात सब है एक है पहचान वो। साडा जेड़ा मुकाबला ना वो झूठ ते सच दा मुकाबला है। झूठ सच नूं खत्म करन दे लई तुलिया होया ते सच नूं प्रमोट करन दे लई लोकां दा एका चाहीदा ते एके विच बरकत हुंदी है। तो वो एका तोड़न दे लई कई बार झूठ विचाले भेली सट दिंदा। जिवें आपां कहने बांदरां विचाले भेली, वो भेली सट दिंदा। ते जे दोने बांदर सियाणे होण वो भेली चुक के पासे कीती जा सकदी आ। जे कमले होए तां आपां भेली खातर जरूर लड़ांगे। इस गल नूं समझना पऊ। जो गुरु कहंदा उहदे अनुसार तुरीए। गुरु गलत नहीं कहंदागा। जो गुरु कहंदा ना वो गलत नहीं, जो वो कराउंदा वो गलत नहीं कराउंदागा। जो कराउंदा ना वो गलत नहीं कराउंदागा। सो वाहिगुरू भला करे। कदे वक्त सी थोड़ा जिहा मैं इशारा होर कर देवां। दशमेश पिता जी अपने मालवे विच विचरदे आ ना, मुक्तसर साहिब दी धरती आ ते इसे मालवे दे विच धन गुरु गोबिंद सिंह महाराज नूं बदावा भी लिख के दिता गया। अज दे ने किसी ने बदावा तो कोई लिखिया ना। ते गदारी दा रुतबा जिहड़ा है आपां नूं पता भी आपां किवें सौंप दिंने आ, वो सानूं सारिआं नूं पता गा। बिना वजह तो नाल दी नाल इत्थे नेड़ले पद्धर ते, छोटे पद्धर ते, वड्डे पद्धर ते, मध वर्ग ते सारे किते चलदा गा। पर गुरु साहब नूं बदावा लिखिया सी। पर आपां पिछे पढ़िया इतिहास, जिन्हां ने बदावा लिखिया ना घरां नूं मुड़े सी ते जंग भी उन्हां ने जित्ती सी। फिर
जंग उन्होंने जिते साडे फैसले की ने जेड़ा ध्यान जिथे लाउणा सी उत्थों तोड़ के असीं इन्हां नाल रोटी बेटी की सांझ नहीं करनी। नहीं जी, असीं नहीं बुलाउणा इन्हां नूं ना, असीं नहीं इत्थे अपने घोल च आउण देना, नहीं आउण देना। साडी आवाज़ ये आ। फिर गुरु गोबिंद सिंह कहंदा महा सिंह तूं मेरे आले पासे पैर पाया ना तां सोच नहीं तेरा पैर वढ़ दूं, तूं नहीं इधर आउणा। पर चेता रखियो उन्हां महा सिंह वर्गिया नहीं भाई कारा सिंह दलवारा सिंह वर्गिया नहीं ही अपने वालों बदावा लिखिया। ते जे मुकतसर की जंग जीती है तो उन्होंने चोबरां करके जंग जीती गई है। जिन्हों ने बदावा लिखिया ना उन्होंने जित झोली विच पा के आप शहीदियां पा गए, फिर उन्होंने स्थान बने पे ने। गुरु ने गदारी का रुतबा उन्होंने नहीं दिता है। चलो सानू इस गल नूं समझना पऊगा, जो गुर करह कहे सोई भल मानो। जिवें गुरु कहंदा ना जो दे हुक्म च हुंदा वो चंगा ही हुंदा, माड़ा नहीं हुंदा। चलो इत्थे पातशाह कहते फिर ओदी उपमा कौन करीजै। आपां विचार कर रहे सी भी सानू गुरु ते भाई अटुट विश्वास होना चाहिदा, भरोसा होना चाहिदा, यकीन होना चाहिदा। अगे मालक जी कृपा करदे ने, संतां की बेनंती। संत हुक्म नहीं करते, संत बेनती करते ने। पर साडे समाज विच संत बहुत ने, वाहिगुरू भला करे, अखौती, पर वो बेनती नहीं करते, वो हुक्म करते ने। बेनती ते हुक्म च अंतर है ना, वो बेनती नहीं करते, वो हुक्म करते ने। पर इत्थे संतां की विनंती, विनंती तो भाव बेनती, अरदास, जोदड़ी, अर्ज। संतां की विनंती स्वामी कादे वास्ते, नाम महा रस दीजै राम। मेरी झोली विच, साडी झोली विच नाम महारस, अति वड्डा नाम, नाम महारस दीजै राम। मैनू अति सब तो वड्डी दात तेरे दर तो मिले, वो दात किहड़ी है? नाम महारस। महा क्यों लाया इत्थे? महा कट के ना कल्ला रस भी लिखिया जा सकदा सी। पंजवें पातशाह ने लफ्ज वरत्या महा। महा तो भाव हुंदा महान, बड़ा, जिहदे वर्गा होर कोई ना होवे। इत्थे महा रस ओ रस दे जेड़े रस वर्गा होर दुनिया च कोई रस नहीं है। ओ रस केवल तेरे दर तो मिलदा, होर कितों नहीं मिलदा। इउं भी कह लईए आपां ना, वो तेरी दुकान तो ही मिलदा, होर किसी दुकान तो नहीं मिलदा। नाम महारस दीजै राम, नाम दीजै दान कीजै। पहला कहा नाम दीजै दे, अगे दान कीजै। दान तो भाव की हुंदागा भी किसी नूं कुछ देना, वो तो गुरु साहब दे अगे बेनती होगी नाम दे दे। दान कीजै, दान कीजै तो भाव कि दान तो कुछ देना, कुछ अर्पण करना। जिवें कहने पुत्रां दा दानी, सरबंस दानी। पर चेता रखो दानी जिहड़ा हुंदा ना वो वड्डा हुंदा, दान करन वाला टॉप हुंदा, वड्डा हुंदागा। पर कई बार दान वाला लफज वो आपां अपने नाम दे नाल लिखवा लैंदे। मैं दानी 100 रुपया दान कीता, 50 रुपए दान कीते, 10 रुपए दान कीते, लाख रुपया दान कीता। सो वाहिगुरू भला करे, दान करन वाला वड्डा। असीं जिहनूं दान दे रहे हैं ना, असीं उहदे नालों छोटे आ, ना कि वड्डे। साडी भेट आ, भावें लाख आ, भावें करोड़ आ, भावें 5 आ, भावें 1 रुपया, भावें 1 टका, साडी भेट आ। ते गुरु गुरु दानी आ। इत्थे जिहड़े संतां ने अरदास करके लफ्ज वरत्या ना, नाम दीजै दान कीजै। अर्थ यह आ भी तू साडी झोली विच बख्शिश दी दात पा। इत्थे दान दा अर्थ आ बख्शिश। साडे ते बख्शिश कर, मेहर कर, दान कीजै। नन्ने पैर विच औंकड़ा अर्थ बन गया बख्शिश। साडे ते बख्श कर। वो बख्श किहड़ी करनी आ? सानू अपने दर तो नाम दी दात मिलदी रवे। किहड़े रूप च मिलदी आ? सो वाहिगुरू भला करे। इस नूं संखेप समझिए। जिवें आपां बैठे आ ना, हुण वो हत्थ इउं नहीं अड्डणे भी हत्थां ते गुरु साहब नाम दी दात धरनगे, जां साडी झोली आपां कई बार वाहिगुरू भला करे भी बहुत वीर भैन आपां वेखदे भी झोली भी अड्ड के कुछ मंगदे हुंदे ने। जो एक भावना गी, तुहाडी भावना नूं परमात्मा फल लावे। अपनी तां बेनती ही है ना, पर वो नक्शा गुरु कोले बनाउणा नजायज गलत आ।
ਗੁਰੂ ਕੋਲੇ ਝੋਲੀ ਅੱਡਣੀ ਆ, ਪਰ ਅੱਡਣੀ ਕਿਹੜੀ ਆ? ਗੁਰੂ ਕੋਲੇ ਬੁੱਕ ਅੱਡਣੇ ਨੇ, ਪਰ ਅੱਡਣੇ ਕਿਹੜੇ ਨੇ? ਇਹ ਤਾਂ ਆਪਾਂ ਨੂੰ ਪਤਾ ਨਾ ਵੀ ਕਿਸੇ ਥਾਂ ਤੇ ਜਾ ਕੇ, ਆਪਾਂ ਦੁਕਾਨ ਤੇ ਜਾ ਕੇ ਕੋਈ ਵਸਤੂ ਪ੍ਰਾਪਤ ਕਰਨ ਦੇ ਲਈ ਉਥੋਂ ਨਾ ਕੋਈ ਦਾਤ ਲੈਣੀ ਆ, ਪਦਾਰਥ ਲੈਣਾਗਾ, ਉਹ ਪਦਾਰਥ ਦੇ ਹਿਸਾਬ ਨਾਲ ਭਾਂਡਾ ਅੱਗੇ ਕੀਤਾ ਜਾਂਦਾ। ਇਹ ਤਾਂ ਆਪਾਂ ਨੂੰ ਪਤਾ ਨਾ। ਤੇਲ ਲੈਣਾ, ਕੋਈ ਛੋਟਾ ਮੋਟਾ ਬਾਕਸ ਡੱਬਾ, ਕੋਈ ਢੋਲ ਢੋਲੀ ਅੱਗੇ ਕੀਤੀ ਗਈ ਆ। ਕੁਝ ਇਦਾਂ ਦਾ ਸਮਾਨ ਲੈਣਾ ਵੀ ਜਿਹੜਾ ਬੋਰੀ ਦਾ ਥੈਲਾ, ਆਪਣੀ ਭਾਸ਼ਾ ਮਤਾਂ ਗੱਲ ਕਰਦੇ ਆਪਾਂ, ਕੋਈ ਖੱਦਰ ਦਾ ਥੈਲਾ ਝੋਲਾ, ਉਹ ਅੱਗੇ ਅੱਡਿਆ ਗਿਆ, ਧਰਿਆ ਗਿਆ। ਕੋਈ ਲੀੜਾ ਕੱਪੜਾ ਲੈਣਾ ਤੇ ਉਹਦੇ ਵਾਸਤੇ ਆਪਾਂ ਚਾਦਰ ਵਸਾਈ ਆ ਵੀ ਇਹਦੇ ਵਿੱਚ ਰੱਖਦੇ ਸੀ, ਗੰਢ ਬੰਨ ਲਾਂਗੇ। ਮਤਲਬ ਜਿਹੋ ਜੀ ਦਾਤ ਪਦਾਰਥ ਕਿਸੇ ਥਾਂ ਤੋਂ ਆਪਾਂ ਪ੍ਰਾਪਤ ਕਰਨਾ ਨਾ, ਉਹਦੇ ਲਈ ਵੱਖੋ ਵੱਖਰੇ ਨਮੂਨੇ ਨੇ ਉਹ ਦਾਤ ਪ੍ਰਾਪਤ ਕਰਨ ਦੇ ਲਈ। ਪਰ ਆਪਾਂ ਝੋਲੀ ਜਾਂ ਬੁੱਕ ਇੱਕੋ ਹੀ ਭਾਂਡਾ ਗੁਰੂ ਅੱਗੇ ਰੱਖ ਰਹੇ ਹਾਂ। ਸ਼ਾਇਦ ਜਦੋਂ ਗੁਰੂ ਨੂੰ ਪੁੱਛਾਂਗੇ ਨਾ, ਉਹ ਗਲਤ ਕਰ ਦੂ, ਗਲਤ ਕਰਾਰ ਦੇ ਦੂ ਵੀ ਨਹੀਂ ਪੁੱਤ, ਹੀ ਨਹੀਂ ਰੱਖਣਾ। ਹੋਰ ਕੀ ਰੱਖਣਾ? ਉਹ ਭਾਂਡਾ ਕਿਹੜਾ? ਉਹ ਮੈਂ ਤੈਨੂੰ ਇੱਕੋ ਹੀ ਭਾਂਡਾ ਦਿੱਤਾ, ਸੁਰਤ। ਉਹ ਭਾਂਡਾ ਕਿਹੜਾ ਗਾ? ਘੜੀ ਹੈ। ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਨਾ, ਸੁਰਤ, ਮਤ, ਮਨ, ਬੁੱਧ। ਚਲੋ ਪਹਿਲਾ ਪੁਆਇੰਟ ਹੀ ਆਪਾਂ ਲੈਣਾਗਾ, ਸੁਰਤ ਰੂਪੀ ਭਾਂਡਾ। ਹੁਣ ਆਪਾਂ ਗੁਰੂ ਕੋਲੇ ਝੋਲੀ ਅੱਡਣੀ ਆ, ਗੁਰੂ ਕੋਲੇ ਬੁੱਕ ਅੱਡਣੇ ਨੇ, ਉਹ ਸੁਰਤ ਰੂਪੀ ਝੋਲੀ ਅੱਡਣੀ ਆ। ਜਿਵੇਂ ਆਪਾਂ ਸਾਰੇ ਬੈਠੇ ਆ ਨਾ, ਗੁਰੂ ਸਾਹਿਬ ਗੁਰਬਾਣੀ ਦੇ ਵਿੱਚੋਂ ਬੋਲ ਰਹੇ ਨੇ, ਸਾਡੀ ਸੁਰਤ ਰੂਪੀ ਭਾਂਡੇ ਵਿੱਚ ਉਹ ਪਦਾਰਥ ਪੈ ਰਹੇ ਨੇ ਜੋ ਗੁਰੂ ਸਾਹਿਬ ਦੱਸ ਰਹੇ ਨੇ। ਹੁਣ ਇਹ ਜਿਹੜਾ ਗੁਰੂ ਬੋਲਦਾ ਨਾ, ਇਹ ਨਾ ਤਾਂ ਬੁੱਕਾਂ 'ਚ ਟਿਕੇ, ਨਾ ਹੀ ਝੋਲੀ 'ਚ ਟਿਕੇ। ਜੋ ਆਪਾਂ ਝੋਲੀ ਕਰਾਂਗੇ ਨਾ, ਪੱਲਾ ਕਰਾਂਗੇ, ਨਾ ਪੱਲੇ 'ਚ ਪਵੇ, ਨਾ ਝੋਲੀ 'ਚ, ਨਾ ਉਹ ਬੁੱਕਾਂ 'ਚ ਪਵੇ। ਉਹ ਆਪਾਂ ਉਦਾਹਰਨ ਲੈ ਲਈ ਵੀ ਜਿਹੜੀ ਦੁਕਾਨ ਤੇ ਜਿਹੜਾ ਪਦਾਰਥ ਲੈਣ ਜਾਵਾਂਗੇ, ਜੋ ਪਦਾਰਥ ਦੇ ਹਿਸਾਬ ਨਾਲ ਅੱਗੇ ਭਾਂਡਾ ਕੀਤਾ ਗਿਆ, ਚਾਹੇ ਉਹ ਚਾਦਰ ਦੇ ਵਿੱਚ ਬੰਨਣਾ ਕੁਛ, ਚਾਹੇ ਉਹ ਕਿਸੇ ਬਾਕਸ ਦੇ ਵਿੱਚ ਪਵਾਉਣਾ, ਚਾਹੇ ਕਿਸੇ ਬੋਰੀ ਗੱਟੇ 'ਚ ਪਾਉਣਾਗਾ। ਇਵੇਂ ਜਿਵੇਂ ਗੁਰੂ ਨੇ ਸਾਨੂੰ ਇੱਕ ਬਹੁਤ ਵੱਡਾ ਭਾਂਡਾ ਦਿੱਤਾ, ਜਿਹਨੂੰ ਸੁਰਤ ਦਾ ਭਾਂਡਾ ਕਿਹਾ ਜਾਂਦਾ। ਇਹ ਸੁਰਤ ਦਾ ਭਾਂਡਾ ਦੇਖਣ ਨੂੰ ਛੋਟਾ, ਤੇ ਪਰ ਇਹਦੇ ਵਿੱਚ ਜੇ ਪਦਾਰਥ ਦੀ ਗੱਲ ਕਰੀਏ ਨਾ, ਪਦਾਰਥ ਬਹੁਤ ਜ਼ਿਆਦਾ ਪੈ ਜਾਂਦੇ ਨੇ। ਜਿਵੇਂ ਅੱਜ ਦੇ ਸਮੇਂ ਮੁਤਾਬਕ ਸੌਖਾ ਜਿਹਾ ਸਮਝ ਲਈਏ, ਇੱਕ ਪੈਨ ਡਰਾਈਵ ਜਾਂ ਚਿੱਪ ਆ, ਉਹਦੇ ਵਿੱਚ ਕਿੰਨਾ ਕੁਝ ਆਪਾਂ ਸੇਵ ਕਰ ਲਿਆ। ਉਹ ਅੱਗੇ ਜੀਵੀ ਦਿੱਤੀ ਹੈ ਨਾ ਵੀ ਇੰਨੇ ਜੀਵੀ ਹੈ, 64 32 128 100 ਅੱਧੋ ਅੱਧ ਮਤਲਬ ਕਿ ਨੰਬਰ ਦਿੱਤੇ ਨੇਗੇ। ਅੱਛਾ, ਉਹਦਾ ਆਕਾਰ ਬਿਲਕੁਲ ਛੋਟਾ ਜਿਹਾ, 9 ਜਿੱਡੀ ਆ, ਤੇ ਪਰ ਸੰਭਾਲ ਕਿੰਨਾ ਕੁਛ ਲੈਤਾ ਉਹਨੇ, ਬਹੁਤ ਜ਼ਿਆਦਾ ਕੁਛ। ਅੱਛਾ, ਜਿਹੜੇ ਸੁਰਤ ਰੂਪੀ ਭਾਂਡੇ ਚੋਂ ਪੈਨ ਡਰਾਈਵ ਚਿੱਪ ਨਿਕਲੀ ਹੈ ਨਾ, ਉਹ ਵੀ ਵੇਖਣ ਨੂੰ ਨਿੱਕਾ ਜੀ ਹੈਗਾ, ਪਰ ਸਾਹ ਬਹੁਤ ਕੁਛ ਲੈਂਦਾ ਹੈਗਾ। ਗੁਰੂ ਨੇ ਆਹ ਭਾਂਡਾ ਖੋਲਣ ਦੇ ਲਈ ਕਿਹਾ ਹੈਗਾ, ਇੱਥੇ ਨਾਮ ਦੀਜੈ ਦਾਨ ਕੀਜੈ। ਜਦੋਂ ਦਾਨ ਦੀ ਗੱਲ ਕੀ ਨਾ, ਬਖਸ਼ਿਸ਼ ਕਰ ਮੇਰੇ ਤੇ, ਮੇਰਾ ਉਹ ਸੁਰਤ ਰੂਪੀ ਭਾਂਡਾ ਜੇ ਖੁੱਲਿਆ ਨਹੀਂ, ਮੇਰੇ ਬੁੱਕ ਜੇ ਉਹ ਅੱਡੇ ਨਹੀਂ ਗਏਗੇ। ਉਹ ਬੁੱਕ ਅੱਡਣ ਦੀ ਮੈਨੂੰ ਇੱਕ ਛੋਟੀ ਜੀ ਨਾ ਜੁਗਤੀ ਸਿਖਾ ਦੇ, ਢੰਗ ਸਿਖਾ ਦੇ। ਮੈਂ ਤੇਰੇ ਕੋਲੇ ਆ ਕੇ ਰੋਜ਼ ਸੁਰਤ ਰੂਪੀ ਭਾਂਡਾ ਖੋਲ ਲਿਆ ਕਰਾਂ, ਤੇ ਤੂੰ ਉਹਦੇ 'ਚ ਪਦਾਰਥ ਪਾ ਦਿਆ ਕਰੇਂਗਾ, ਤੇ ਮੈਂ ਉਹਨਾਂ ਪਦਾਰਥਾਂ ਨੂੰ ਰੋਜ਼ ਆਪਣੇ ਪਰਿਵਾਰ 'ਚ ਵਰਤੂੰਗਾ, ਆਪਣੇ ਨਗਰ 'ਚ ਵਰਤੂੰਗਾ, ਆਪਣੇ ਕਾਰਜ ਲਈ ਅਤੇ ਹੋਰਾਂ ਦੇ ਕਾਰਜ ਲਈ ਉਹ ਪਦਾਰਥ ਮੈਂ ਜ਼ਰੂਰ ਵਰਤੂੰਗਾ। ਨਾਮ ਦੀਜੈ ਦਾਨ ਕੀਜੈ। ਅੱਗੇ ਕੀ ਲਿਖਿਆ ਹੈਗਾ, ਬਿਸਰ ਨਾਹੀ ਇੱਕ ਖਿਨੋ, ਤੂੰ ਅਜਿਹਾ ਲੋਕ ਲਾਈ। ਸੁਰਤ ਰੂਪੀ ਭਾਂਡੇ ਨੂੰ ਨਾ ਲੋਕ ਅਜਿਹਾ ਲਾਈ, ਉਹਦੇ 'ਚ ਪਦਾਰਥ ਪੈ ਤਾਂ ਜਾਵੇ, ਪਰ ਜਿੱਥੋਂ ਦੀ ਪਦਾਰਥ ਪਿਆ ਨਾ, ਉਹ ਢੱਕਣ ਤੂੰ ਹੀ ਖੋਲ ਸਕਦਾ ਹੋਵੇਂ, ਕੋਈ ਹੋਰ ਨਾ ਖੋਲ ਸਕਦਾ ਹੋਵੇ। ਬਿਸਰ ਨਾਹੀ ਇੱਕ ਖਿਨੋ, ਇਹਦਾ ਮਤਲਬ ਕੀ ਹੈ ਵੀ ਪਦਾਰਥ ਪੈ ਗਿਆ, ਕਿਤੇ ਨਾ ਹੋਵੇ ਸਾਥੋਂ ਸੰਭਾਲਿਆ ਨਾ ਜਾਵੇ, ਅਸੀਂ ਸੰਭਾਲਣ ਜੋਗੇ ਹੋਈਏ, ਤੇ ਅਸੀਂ ਉਹ ਪਦਾਰਥ ਨੂੰ ਲੋਕ ਲਾ ਲਈਏ। ਤੇ ਲੋਕ ਤਦ ਲੱਗਦਾ ਵੀ ਜਦੋਂ ਲੋੜ ਪਈ ਉਦੋਂ ਆਪਾਂ ਵਰਤ ਲਵਾਂਗੇ।
गुर कुंजी पाहू निबल मन कोठा तन छत। ਉਹਨੂੰ सुरत कह लो, मन नूं कोठा कह लो। ਉਹ ਵਾਹਿਗੁਰੂ जी ने नाम नाल अपनी बख्शिश द्वारा भर देना। नाम तो भाव ज्ञान, ज्ञान तो भाव शुभ गुण, ते शुभ गुणां दा खजाना कित्थे आ? ਉਹ ਆਪਾਂ ਪਹਿਲੀ पंक्ति च पढ़ लिया। गुण धान मेरा प्रभ प्रीतम, मेरा मालक बहुत वड्डा गुणां दा खजाना है। अगे गुण गोपाल उच्चर रसना सदा गाइए अन दिनों। फिर ਉਹ रोज तू अपने भांडे चों ना गुण कढ़ कढ़ के रब दी उस्तत करनी आ। कुदरत विचों ਉਹ परमात्मा दा दीदार करना है। आसमान जो साडे एक शरीर दा हिस्सा, उस तो बाद मिट्टी जो साडे शरीर दा हिस्सा, अगन साडे शरीर दा हिस्सा, ते अगे पानी साडे शरीर दा हिस्सा, साडे शरीर दा हिस्सा ना। इवें जिवें ये पंजे तत्त जिहड़े असीं बाहरी तौर ते वेखदे आ ना, वो साडे शरीर दा हिस्सा ने, ते उन्हां नूं असीं समझण दा यतन करिए। बस गुरु साहब ने आ गल दस दित्ती। फिर अगे करना की आ? गुण गोपाल उच्चर, उच्चर तो भाव उचारना, उच्चर रसना सदा गाइए अण दिनों। जिस प्रतीत लागी, जिहड़ी गल आरंभ विच सी प्रतीत विश्वास, फिर उही दोबारा मुड़ के आ गई। पातशाह कहंदे जिस प्रतीत लागी नाम सेती मन तन अमृत भीजै। जिन्हां दा गुरु ते अतुट विश्वास बन गया, प्रतीत बन गई, उन्हां दा अमृतमई रस दे नाल पूरे दा पूरा जीवन भिज जाता है। उन्हां दे जीवन चों सारियां रुकावटां मुश्किलां कह लो खत्म हो जांदियां ने। अमृत नाम रस भीजै बिनवंत नानक इछ पुन्नी पेख दर्शन जीजै। बिनवंत का अर्थ हुंदा बेनती करनी। मेरी तेरे अगे जोदड़ी है, बेनती है, कृपा करो। बिनवंत नानक इछ पुन्नी, मेरी इच्छा पूरी कर, मेरे मन दियां भावनावां संपूर्ण कर। फिर की आ? पेख दर्शन जीजै, मैं तेरे रोज दर्शन भी करा, रोज मैं सुरत रूपी भांडे विच पदार्थ भी पवावां, रोज मैं तेरे कोले आके तेरी उपमा भी करा, वडियाई भी करा। पर तेरी वडियाई मैं कर सकदा होवां, ये ना होवे मालक जी मैं तेरी वडियाई ना कर सकदा होवां। दूसरा, तेरी वडियाई दा अंत मैं पा नहीं सकदा। ਉਹ ਆਰੰਭ ਦੇ ਵਿੱਚ ਆਪਾਂ ਸੁਣ ਲਿਆ। ਸਾਨੂੰ ਅਟੁੱਟ ਗੁਰੂ ਤੇ ਵਿਸ਼ਵਾਸ ਹੋਵੇ, ਫਿਰ ਸਾਡਾ ਜ਼ਿੰਦਗੀ ਹੈ ਜਿਹੜੀ ਸਾਡੀ ਸੋਹਣੀ ਬਣੇਗੀ। ਤੇ ਫਿਰ ਉਹ ਪਹਿਲੇ ਪੁਆਇੰਟ ਤੇ ਜਮਾਂ ਲਾਸਟ ਵਾਲੇ ਪੁਆਇੰਟ ਤੋਂ ਨਾ ਪਹਿਲੇ ਪੁਆਇੰਟ ਤੇ ਫਿਰ ਪਹੁੰਚਣਾ ਆਪਾਂ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇੱਥੋਂ ਤੱਕ ਚਾਰੇ ਬੰਦਾਂ ਦੀ ਵਿਆਖਿਆ ਪੂਰੀ ਆ। बोलदियां तो बाणी दी विचार करदियां तो बड़ियां भुल्लां रह जांदियां ने। संगत गुरु साहब बख्शण जोग ने। सब दा धन्नवाद। वाहिगुरू जी का खालसा, वाहिगुरू जी की फतेह। राम कली महला तीजा। आनंद एक ओंकार सतगुर प्रसाद आनंद भया मेरी माए। सतगुरु मैं पाया, सतगुरता पाया सहज सेती। मन वजियां बधाइयां राग रतन शब्द गा बनाइयां। शब्द होता गावो हरि केरा मन जिन्नी बस